ਸ਼੍ਰੀ ਰਾਗ ਮਹੱਲਾ ਚੌਥਾ। ਹਰੀ ਨਾਮ ਦਾ ਵਣਜ ਕਰਨ ਆਏ ਇਹ ਜੀਵ ਮਿੱਤਰ। ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ ਪਰਮਾਤਮਾ ਜੀਵ ਨੂੰ ਮਾਂ ਦੇ ਪੇਟ ਵਿੱਚ ਨਿਵਾਸ ਦਿੰਦਾ ਹੈ। ਮਾਂ ਦੇ ਪੇਟ ਵਿੱਚ ਜੀਵ, ਇਹ ਵਣਜਾਰੇ ਜੀਵ ਮਿੱਤਰ ਪਰਮਾਤਮਾ ਦਾ ਧਿਆਨ ਧਰਦਾ ਹੈ। ਉਹ ਪਰਮਾਤਮਾ ਦਾ ਨਾਮ ਉਚਾਰਦਾ ਹੈ ਤੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਈ ਰੱਖਦਾ ਹੈ। ਮਾਂ ਦੇ ਪੇਟ ਵਿੱਚ ਜੀਵ ਪਰਮਾਤਮਾ ਦਾ ਨਾਮ ਜਪਦਾ ਹੈ, ਆਰਾਧਦਾ ਹੈ। ਹਰੀ ਨਾਮ ਜਪ ਕੇ ਅੱਗ ਵਿੱਚ ਜਿਉਂਦਾ ਹੈ। ਮਾਂ ਦੇ ਪੇਟ ਤੋਂ ਬਾਹਰ ਆ ਕੇ ਜਨਮ ਲੈਂਦਾ ਹੈ। ਮਾਂ ਪਿਓ ਦੇ ਮੂੰਹ ਲੱਗਦਾ ਹੈ। ਮਾਂ ਪਿਓ ਖੁਸ਼ ਹੁੰਦੇ ਹਨ। ਇਹ ਪ੍ਰਾਣੀਓ, ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ। ਗੁਰੂ ਦੇ ਰਾਹੀਂ ਆਪਣੇ ਹਿਰਦੇ ਵਿੱਚ ਉਸ ਦੇ ਗੁਣਾਂ ਦਾ ਵਿਚਾਰ ਕਰੋ। ਹੇ ਨਾਨਕ, ਇਸ ਤਰ੍ਹਾਂ ਕਹੀਏ ਕਿ ਹੇ ਪ੍ਰਾਣੀ, ਜੇ ਪਰਮਾਤਮਾ ਮਿਹਰ ਕਰੇ ਤਾਂ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਹਰੀ ਨਾਮ ਦਾ ਵਣਜ ਕਰਨ ਆਏ ਇਹ ਜੀਵ ਮਿੱਤਰ। ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਜੀਵ ਦਾ ਮਨ ਪਰਮਾਤਮਾ ਨੂੰ ਭੁਲਾ ਕੇ ਹੋਰ ਦੇ ਪਿਆਰ ਵਿੱਚ ਲੱਗ ਜਾਂਦਾ ਹੈ। ਇਹ ਵਣਜਾਰੇ ਮਿੱਤਰ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ ਹੈ, ਇਹ ਆਖ ਕੇ ਬਾਲਕ ਪਾਲਿਆ ਜਾਂਦਾ ਹੈ। ਮਾਂ ਫੜ ਕੇ ਗਲ ਨਾਲ ਲਾਂਦੀ ਹੈ, ਪਿਓ ਫੜ ਕੇ ਗਲ ਨਾਲ ਲਾਂਦਾ ਹੈ। ਮਾਂ ਮੁੜ ਮੁੜ ਗਲ ਨਾਲ ਲਾਉਂਦੀ ਹੈ, ਪਿਓ ਵੀ ਮੁੜ ਮੁੜ ਗਲ ਨਾਲ ਲਾਉਂਦਾ ਹੈ। ਮਾਂ ਆਪਣੇ ਮਨ ਵਿੱਚ ਸਮਝਦੀ ਹੈ, ਪਿਓ ਆਪਣੇ ਮਨ ਵਿੱਚ ਸਮਝਦਾ ਹੈ ਕਿ ਸਾਨੂੰ ਖੱਟ ਕਮਾ ਕੇ ਖਵਾਏਗਾ। ਮੂਰਖ ਮਨੁੱਖ ਉਸ ਪਰਮਾਤਮਾ ਨੂੰ ਨਹੀਂ ਪਛਾਣਦਾ, ਨਹੀਂ ਯਾਦ ਕਰਦਾ, ਜਿਹੜਾ ਪੁੱਤਰ ਧਨ ਆਦਿਕ ਦਿੰਦਾ ਹੈ। ਪਰਮਾਤਮਾ ਦੇ ਦਿੱਤੇ ਹੋਏ ਪੁੱਤਰ ਧਨ ਆਦਿਕ ਨਾਲ ਮੋਹ ਕਰਦਾ ਹੈ। ਜਿਹੜਾ ਕੋਈ ਵਡਭਾਗੀ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਇਸ ਅਸਲੀਅਤ ਦਾ ਵਿਚਾਰ ਕਰਕੇ, ਸੁਰਤ ਜੋੜ ਕੇ ਆਪਣੇ ਮਨ ਵਿੱਚ ਪਰਮਾਤਮਾ ਦਾ ਧਿਆਨ ਧਰਦਾ ਹੈ। ਇਹ ਨਾਨਕ, ਆਖੋ ਕਿ ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਜਿਹੜਾ ਪ੍ਰਾਣੀ ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ ਆਤਮਿਕ ਮੌਤ ਕਦੇ ਨਹੀਂ ਖਾਂਦੀ। ਹਰੀ ਨਾਮ ਵਣਜ ਕਰਨ ਆਏ ਇਹ ਜੀਵ ਮਿੱਤਰ। ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਵਿੱਚ ਮਨੁੱਖ ਦਾ ਮਨ ਘਰ ਦੇ ਮੋਹ ਵਿੱਚ ਲੱਗ ਜਾਂਦਾ ਹੈ। ਦੁਨੀਆ ਦੇ ਧੰਦਿਆਂ ਦੇ ਮੋਹ ਵਿੱਚ ਫਸ ਜਾਂਦਾ ਹੈ। ਮਨੁੱਖ ਧਨ ਹੀ ਚਿਤਾਰਦਾ ਹੈ ਤੇ ਧਨ ਹੀ ਇਕੱਠਾ ਕਰਦਾ ਹੈ ਤੇ ਪਰਮਾਤਮਾ ਦਾ ਨਾਮ ਕਦੇ ਵੀ ਹਿਰਦੇ ਵਿੱਚ ਨਹੀਂ ਵਸਾਉਂਦਾ। ਮੋਹ ਵਿੱਚ ਫਸ ਕੇ ਮਨੁੱਖ ਕਦੇ ਵੀ ਪਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ, ਜਿਹੜਾ ਅਖੀਰ ਵੇਲੇ ਸਾਥੀ ਬਣਦਾ ਹੈ।
ਇਹ ਧਨ ਪਦਾਰਥ, ਇਹ ਮਾਇਆ ਸਦਾ ਸਾਥ ਨਿਭਾਉਣ ਵਾਲੇ ਨਹੀਂ ਹਨ, ਤੇ ਸਮਾਂ ਆਉਣ ਤੇ ਪਛਤਾਉਂਦਾ ਹੋਇਆ ਇਹਨਾਂ ਨੂੰ ਛੱਡ ਕੇ ਜਾਂਦਾ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਮਿਲਾਉਂਦਾ ਹੈ, ਤੇ ਉਹ ਸਦਾ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਸੰਭਾਲਦਾ ਹੈ। ਇਹ ਨਾਨਕ ਆਖ, ਜਿਹੜੇ ਪ੍ਰਾਣੀ ਹਰੀ ਨਾਮ ਸੰਭਾਲਦੇ ਹਨ, ਉਹ ਪਰਮਾਤਮਾ ਵਿੱਚ ਜਾ ਮਿਲਦੇ ਹਨ। ਹਰੀ ਨਾਮ ਵਣਜ ਕਰਨ ਆਏ, ਇਹ ਜੀਵ ਮਿੱਤਰ, ਜ਼ਿੰਦਗੀ ਦੇ ਰਾਤ ਦੇ ਚੌਥੇ ਪਹਿਰ ਪਰਮਾਤਮਾ ਜੀਵ ਦੇ ਇੱਥੋਂ ਤੁਰਨ ਦਾ ਸਮਾਂ ਲੈ ਹੀ ਆਉਂਦਾ ਹੈ। ਇਹ ਵਣਜਾਰੇ ਜੀਵ ਮਿੱਤਰ, ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਸ਼ਰਨ ਪਾਓ। ਜ਼ਿੰਦਗੀ ਦੀ ਸਾਰੀ ਰਾਤ ਬੀਤਦੀ ਜਾ ਰਹੀ ਹੈ। ਇਹ ਜੀਵ ਮਿੱਤਰ, ਸਵਾਸ ਸਵਾਸ ਪਰਮਾਤਮਾ ਦਾ ਨਾਮ ਸਿਮਰੋ। ਇਸ ਕੰਮ ਵਿੱਚ ਬਿਲਕੁਲ ਆਲਸ ਨਾ ਕਰੋ। ਹੇ ਜੀਵ ਮਿੱਤਰ, ਸਿਮਰਨ ਦੀ ਬਰਕਤ ਨਾਲ ਹੀ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਸਕੋਗੇ, ਤੇ ਜੀਵਨ ਜਨਮ ਮਰਨ ਦੇ ਗੇੜ ਵਿੱਚ ਪਾਉਣ ਵਾਲੇ ਦੁੱਖਾਂ ਨੂੰ ਮੁਕਾ ਸਕੋਗੇ। ਇਹ ਜੀਵ ਮਿੱਤਰ, ਗੁਰੂ ਤੇ ਪਰਮਾਤਮਾ ਵਿੱਚ ਰਤਾ ਵੀ ਫਰਕ ਨਾ ਸਮਝੋ। ਗੁਰੂ ਦੇ ਚਰਨਾਂ ਵਿੱਚ ਜੁੜ ਕੇ ਹੀ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ। ਇਹ ਨਾਨਕ ਆਖੋ ਕਿ ਜਿਹੜੇ ਪ੍ਰਾਣੀ ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਵਿੱਚ ਵੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਭਗਤਾਂ ਦੀ ਜ਼ਿੰਦਗੀ ਦੀ ਸਾਰੀ ਰਾਤ ਕਾਮਯਾਬ ਰਹਿੰਦੀ ਹੈ। ਸ਼੍ਰੀ ਰਾਗ ਮਹੱਲਾ ਪੰਜਵਾਂ। ਹਰੀ ਨਾਮ ਦਾ ਵਣਜ ਕਰਨ ਆਏ, ਇਹ ਜੀਵ ਮਿੱਤਰ, ਮਨੁੱਖਾ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਪਰਮਾਤਮਾ ਮਾਂ ਦੇ ਪੇਟ ਵਿੱਚ ਜੀਵ ਦਾ ਪੈਂਤੜਾ ਰੱਖਦਾ ਹੈ। ਇਹ ਵਣਜਾਰੇ ਮਿੱਤਰ, ਫਿਰ 10 ਮਹੀਨਿਆਂ ਵਿੱਚ ਪ੍ਰਭੂ ਮਨੁੱਖ ਦਾ ਸਾਬਤ ਬੁੱਤ ਬਣਾ ਦਿੰਦਾ ਹੈ। ਜੀਵਾਂ ਨੂੰ ਜ਼ਿੰਦਗੀ ਦਾ ਮੁਕਰਰ ਸਮਾਂ ਦਿੰਦਾ ਹੈ, ਜਿਸ ਵਿੱਚ ਜੀਵ ਚੰਗੇ ਮੰਦੇ ਕਰਮ ਕਮਾਉਂਦੇ ਹਨ। ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾਂ ਮੁਕਰਰ ਕਰ ਦਿੰਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਇਹੋ ਜਿਹਾ ਲੇਖ ਲਿਖ ਦਿੰਦਾ ਹੈ, ਉਹ ਜਿਹੇ ਕਰਮ ਜੀਵ ਕਮਾਉਂਦੇ ਹਨ। ਮਾਂ ਪਿਓ, ਭਰਾ ਪੁੱਤਰ ਇਸਤਰੀ ਆਦਿਕ ਇਹਨਾਂ ਸੰਬੰਧੀਆਂ ਵਿੱਚ ਪ੍ਰਭੂ ਜੀਵ ਨੂੰ ਰਚਾ ਮਿਚਾ ਦਿੰਦਾ ਹੈ। ਇਸ ਜੀਵ ਦੇ ਇਖਤਿਆਰ ਵਿੱਚ ਕੁਝ ਨਹੀਂ ਹੁੰਦਾ। ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ। ਇਹ ਨਾਨਕ ਆਖੋ ਕਿ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਪਰਮਾਤਮਾ ਪ੍ਰਾਣੀ ਦਾ ਪੈਂਤੜਾ ਮਾਂ ਦੇ ਪੇਟ ਵਿੱਚ ਰੱਖ ਦਿੰਦਾ ਹੈ। ਹਰੀ ਨਾਮ ਦਾ ਵਣਜ ਕਰਨ ਆਏ, ਇਹ ਜੀਵ ਮਿੱਤਰ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਸਿਖਰ ਤੇ ਪਹੁੰਚੀ ਹੋਈ ਜਵਾਨੀ ਜੀਵ ਦੇ ਅੰਦਰ
ਉਛਾਲੇ ਮਾਰਦੀ ਹੈ। ਇਹ ਵਣਜਾਰੇ ਮਿੱਤਰ, ਜਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿੱਚ ਮਸਤ ਰਹਿੰਦਾ ਹੈ ਤੇ ਉਹ ਚੰਗੇ ਮੰਦੇ ਕੰਮ ਵਿੱਚ ਤਮੀਜ਼ ਨਹੀਂ ਕਰਦਾ। ਜਵਾਨੀ ਦੇ ਮੱਧ ਵਿੱਚ ਪ੍ਰਾਣੀ ਇਹ ਨਹੀਂ ਪਛਾਣਦਾ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ। ਵਿਕਾਰਾਂ ਵਿੱਚ ਪੈ ਕੇ ਪਰਲੋਕ ਦਾ ਔਖਾ ਪੈਂਡਾ ਝਾਕਦਾ ਹੈ। ਹਉਮੈ ਵਿੱਚ ਮਸਤ ਮਨੁੱਖ ਪੂਰੇ ਗੁਰੂ ਦੀ ਸ਼ਰਨ ਨਹੀਂ ਪੈਂਦਾ। ਇਸ ਵਾਸਤੇ ਉਸਦੇ ਸਿਰ ਉੱਤੇ ਜ਼ਾਲਮ ਜਾਮਾ ਖਲੋਂਦੇ ਹਨ। ਜਵਾਨੀ ਦੇ ਨਸ਼ੇ ਵਿੱਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿੱਚ ਝੱਲੇ ਹੋ ਕੇ ਉਸ ਨੂੰ ਜਦੋਂ ਯਮਰਾਜ ਆ ਫੜੇਗਾ ਤਦੋਂ ਆਪਣੀਆਂ ਮੰਦੀਆਂ ਕਰਤੂਤਾਂ ਬਾਰੇ ਉਸ ਨੂੰ ਕੀ ਜਵਾਬ ਦੇਵੇਗਾ। ਇਹ ਨਾਨਕ, ਆਖੀਏ ਕਿ ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਸਿਖਰ 'ਤੇ ਪਹੁੰਚਿਆ ਹੋਇਆ ਜੋਬਨ ਮਨੁੱਖ ਦੇ ਅੰਦਰ ਉਛਾਲੇ ਮਾਰਦਾ ਹੈ। ਭਾਵ ਕਿ ਦੂਸਰਾ ਪਹਿਰ ਜਵਾਨੀ ਵਾਲਾ ਹੁੰਦਾ ਹੈ, ਜਿਸ ਵਿੱਚ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਹਰੀ ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿੱਤਰ, ਜ਼ਿੰਦਗੀ ਦੇ ਰਾਤ ਦੇ ਤੀਜੇ ਪਹਿਰ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ ਆਤਮਿਕ ਜੀਵਨ ਨੂੰ ਮੁਕਾਉਣ ਵਾਲਾ ਧਨ ਰੂਪ ਜ਼ਹਿਰ ਇਕੱਠਾ ਕਰਦਾ ਹੈ। ਇਹ ਵਣਜਾਰੇ ਮਿੱਤਰ, ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ। ਇਸ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ। ਮਨੁੱਖ ਪੁੱਤਰ ਦੇ ਮੋਹ ਵਿੱਚ, ਇਸਤਰੀ ਦੇ ਮੋਹ ਵਿੱਚ, ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਪ੍ਰਾਣੀ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ। ਮਨੁੱਖ ਲੋਭੀ ਹੋਇਆ ਰਹਿੰਦਾ ਹੈ। ਉਹ ਪਰਮਾਤਮਾ ਕਦੇ ਇਸ ਦੇ ਚੇਤੇ ਵਿੱਚ ਨਹੀਂ ਆਉਂਦਾ। ਮਨੁੱਖ ਤਦੋਂ ਸਾਧ ਸੰਗਤ ਨਾਲ ਮੇਲ ਮਿਲਾਪ ਨਹੀਂ ਰੱਖਦਾ। ਆਖਰ ਕਈ ਜੂਨਾਂ ਵਿੱਚ ਭਟਕਦਾ ਦੁੱਖ ਸਹਾਰਦਾ ਹੈ। ਮਨੁੱਖ ਆਪਣੇ ਸਿਰਜਣਹਾਰ ਮਾਲਕ ਨੂੰ ਭੁਲਾ ਦਿੰਦਾ ਹੈ। ਅੱਖ ਝਮਕਣ ਦੇ ਸਮੇਂ ਜਿਤਨਾ ਸਮਾਂ ਵੀ ਪਰਮਾਤਮਾ ਵਿੱਚ ਸੁਰਤ ਨਹੀਂ ਜੋੜਦਾ। ਇਹ ਨਾਨਕ, ਆਖੋ ਕਿ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਅੰਨਾ ਗਿਆਨਹੀਨ ਮਨੁੱਖ ਆਤਮਿਕ ਮੌਤ ਲਿਆਉਣ ਵਾਲਾ ਧਨ ਰੂਪ ਜ਼ਹਿਰ ਹੀ ਇਕੱਠਾ ਕਰਦਾ ਰਹਿੰਦਾ ਹੈ। ਹਰੀ ਨਾਮ ਦਾ ਵਣਜ ਕਰਨ ਆਏ ਇਹ ਜੀਵ ਮਿੱਤਰ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਉਹ ਦਿਨ ਨੇੜੇ ਆ ਜਾਂਦਾ ਹੈ ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ। ਇਹ ਵਣਜਾਰੇ ਮਿੱਤਰ, ਪ੍ਰਭੂ ਦੇ ਨਾਮ ਹਿਰਦੇ ਵਿੱਚ ਵਸਾਓ। ਨਾਮ ਹੀ ਪ੍ਰਭੂ ਦੀ ਦਰਗਾਹ ਵਿੱਚ ਤੇਰਾ ਮਦਦਗਾਰ ਬਣੇਗਾ। ਇਹ ਪ੍ਰਾਣੀ, ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖ। ਨਾਮ ਹੀ ਅਖੀਰ ਸਮੇਂ ਸਾਥੀ ਬਣਦਾ ਹੈ। ਮਾਇਆ ਦਾ ਇਹ ਮੋਹ ਜਿਸ ਵਿੱਚ ਤੂੰ ਫਸਿਆ ਪਿਆ ਏ, ਤੇਰੇ ਨਾਲ ਨਹੀਂ ਜਾ ਸਕਦਾ। ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ। ਇਹ ਭਾਈ, ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸ਼ਰਨ ਪਾਓ ਤਾਂ ਕਿ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਏ। ਇਹ ਨਾਨਕ, ਆਖੀਏ
ਕਿ ਹੇ ਪ੍ਰਾਣੀ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਉਹ ਦਿਨ ਨੇੜੇ ਆ ਜਾਂਦਾ ਹੈ ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ। ਹਰੀ ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿੱਤਰ। ਜਦੋਂ ਪਰਮਾਤਮਾ ਵੱਲੋਂ ਮੌਤ ਦਾ ਲਿਖਿਆ ਹੋਇਆ ਪਰਵਾਨਾ ਆਉਂਦਾ ਹੈ, ਤਦੋਂ ਇੱਥੇ ਕਮਾਏ ਹੋਏ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵ ਆਤਮਾ ਦੇ ਨਾਲ ਤੁਰ ਪੈਂਦੇ ਹਨ। ਉਸ ਵੇਲੇ ਉਹਨਾਂ ਜਮਾਂ ਦੇ ਪੱਕੇ ਹੱਥ ਪਾਏ ਹੁੰਦੇ ਹਨ। ਇਹ ਵਣਜਾਰੇ ਮਿੱਤਰ ਉਹ ਰਤਾ ਭਰ ਸਮੇਂ ਲਈ ਵੀ ਢਿੱਲ ਮਿੱਠ ਦੀ ਇਜਾਜ਼ਤ ਨਹੀਂ ਦਿੰਦੇ। ਜਦੋਂ ਕਰਤਾਰ ਵੱਲੋਂ ਮੌਤ ਦਾ ਲਿਖਿਆ ਹੋਇਆ ਹੁਕਮ ਆਉਂਦਾ ਹੈ, ਉਹ ਜਮ ਜੀਵ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫਿਰ ਸਦਾ ਦੁਖੀ ਰਹਿੰਦੇ ਹਨ। ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿੱਚ ਸਦਾ ਸੌਖੇ ਰਹਿੰਦੇ ਹਨ। ਇਹ ਵਣਜਾਰੇ ਮਿੱਤਰ, ਮਨੁੱਖਾ ਜੀਵਨ ਵਿੱਚ ਮਨੁੱਖ ਦਾ ਸਰੀਰ ਕਰਮ ਕਮਾਉਣ ਲਈ ਧਰਤੀ ਸਮਾਨ ਹੈ, ਜਿਸ ਵਿੱਚ ਜਿਹੋ ਜਿਹਾ ਕੋਈ ਬੀਜ ਬੀਜਦਾ ਹੈ ਉਹੀ ਖਾਂਦਾ ਹੈ। ਇਹ ਨਾਨਕ ਆਖੀਏ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ 'ਤੇ ਸੋਭਾ ਪਾਉਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿੱਚ ਪਾਏ ਜਾਂਦੇ ਹਨ। ਸ਼੍ਰੀ ਰਾਗ ਮਹੱਲਾ ਚੌਥਾ, ਘਰ ਦੂਜਾ, ਛੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜੀਵ ਇਸਤਰੀ ਪੇਕੇ ਘਰ ਵਿੱਚ ਇਸ ਮਨੁੱਖਾ ਜਨਮ ਵਿੱਚ ਅਣਜਾਣ ਹੀ ਟਿਕੀ ਰਹੇ ਤਾਂ ਉਹ ਪਤੀ ਪ੍ਰਭੂ ਦਾ ਦਰਸ਼ਨ ਕਿਵੇਂ ਕਰ ਸਕਦੀ ਹੈ। ਜੇ ਜੀਵ ਇਸਤਰੀ ਪੇਕੇ ਘਰ ਵਿੱਚ ਇਸ ਮਨੁੱਖਾ ਜਨਮ ਵਿੱਚ ਅਣਜਾਣ ਹੀ ਟਿਕੀ ਰਹੇ ਤਾਂ ਉਹ ਪਤੀ ਪ੍ਰਭੂ ਦਾ ਦਰਸ਼ਨ ਕਿਵੇਂ ਕਰ ਸਕਦੀ ਹੈ, ਭਾਵ ਦਰਸ਼ਨ ਨਹੀਂ ਕਰ ਸਕਦੀ। ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ ਤਾਂ ਜੀਵ ਇਸਤਰੀ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਪਤੀ ਦੇ ਚਰਨਾਂ ਵਿੱਚ ਪਹੁੰਚਣ ਵਾਲੇ ਕੰਮ ਕਰਨੇ ਸਿੱਖਦੀ ਹੈ। ਗੁਰੂ ਦੀ ਸ਼ਰਨ ਪੈ ਕੇ ਜੀਵ ਇਸਤਰੀ ਉਹ ਕੰਮ ਸਿੱਖਦੀ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਪਤੀ ਪ੍ਰਭੂ ਦੀ ਹਜ਼ੂਰੀ ਵਿੱਚ ਅੱਪੜ ਕੇ ਗੁਰੂ ਦੀ ਸ਼ਰਨ ਪੈ ਕੇ ਜੀਵ ਇਸਤਰੀ ਉਹ ਕੰਮ ਕਰਨਾ ਸਿੱਖਦੀ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਪਤੀ ਪ੍ਰਭੂ ਦੀ ਹਜ਼ੂਰੀ ਵਿੱਚ ਅੱਪੜ ਸਕੇ। ਉਹ ਕੰਮ ਇਹ ਹਨ ਕਿ ਜੀਵ ਇਸਤਰੀ ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ। ਸਹੇਲੀਆਂ ਵਿੱਚ, ਸਤ ਸੰਗੀਆਂ ਵਿੱਚ ਬੈਠ ਕੇ ਇਸ ਲੋਕ ਵਿੱਚ ਸੌਖੀ ਤੁਰੀ ਫਿਰਦੀ ਹੈ, ਸੌਖਾ ਜੀਵਨ ਬਿਤਾਉਂਦੀ ਹੈ ਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਬੇਫਿਕਰ ਹੋ ਕੇ ਪਹੁੰਚਦੀ ਹੈ। ਉਹ ਜੀਵ ਇਸਤਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮ ਰਾਜ ਦਾ ਲੇਖਾ, ਧਰਮ ਰਾਜ ਦੇ ਲੇਖੇ ਦੀ ਬਾਕੀ ਮੁਕਾ ਲੈਂਦੀ ਹੈ। ਭੋਲੀ ਜੀਵ ਇਸਤਰੀ ਪੇਕੇ ਘਰ ਵਿੱਚ ਇਸ ਮਨੁੱਖਾ ਜਨਮ ਵਿੱਚ
ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਪਤੀ ਦਾ ਦਰਸ਼ਨ ਕਰ ਲੈਂਦੀ ਹੈ। ਇਹ ਮੇਰੇ ਪਿਤਾ ਪ੍ਰਭੂ ਪਤੀ ਨਾਲ ਮੇਰਾ ਵਿਆਹ ਹੋ ਗਿਆ ਹੈ। ਗੁਰੂ ਦੀ ਸ਼ਰਨ ਪੈ ਕੇ ਮੈਨੂੰ ਪ੍ਰਭੂ ਪਤੀ ਮਿਲ ਗਿਆ ਹੈ। ਗੁਰੂ ਦਾ ਬਖਸ਼ਿਆ ਹੋਇਆ ਗਿਆਨ ਰੂਪ ਸੂਰਜ ਇਤਨਾ ਤੇਜ਼ ਜਗਮਗ ਕਰ ਰਿਹਾ ਹੈ ਕਿ ਮੇਰੇ ਅੰਦਰੋਂ ਬੇਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ। ਗੁਰੂ ਦਾ ਦਿੱਤਾ ਗਿਆਨ ਮੇਰੇ ਅੰਦਰ ਚਮਕ ਪਿਆ ਹੈ। ਮਾਇਆ ਮੋਹ ਦਾ ਹਨੇਰਾ ਦੂਰ ਹੋ ਗਿਆ ਹੈ। ਉਸ ਚਾਨਣੀ ਦੀ ਬਰਕਤ ਨਾਲ ਮੈਨੂੰ ਪ੍ਰਮਾਤਮਾ ਦਾ ਨਾਮ ਰੂਪ ਕੀਮਤੀ ਰਤਨ ਲੱਭ ਪਿਆ ਹੈ। ਗੁਰੂ ਦੀ ਮੱਤ ਤੇ ਤੁਰਿਆ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ। ਹਉਮੈ ਦਾ ਰੋਗ ਮੁੱਕ ਗਿਆ ਹੈ। ਆਪੇ ਦੇ ਗਿਆਨ ਨਾਲ ਮੇਰਾ ਆਪਾ ਭਾਵ ਖਤਮ ਹੋ ਗਿਆ ਹੈ। ਗੁਰੂ ਦੀ ਸ਼ਰਨ ਪਿਆ ਮੈਨੂੰ ਉਹ ਖਸਮ ਮਿਲ ਗਿਆ ਹੈ ਜਿਸ ਦੀ ਹਸਤੀ ਨੂੰ ਕਦੇ ਕਾਲ ਪੋ ਨਹੀਂ ਸਕਦਾ, ਜੋ ਨਾਸ ਰਹਿਤ ਹੈ, ਜੋ ਨਾ ਕਦੇ ਮਰਦਾ ਹੈ ਨਾ ਜੰਮਦਾ ਹੈ। ਇਹ ਮੇਰੇ ਪਿਤਾ ਗੁਰੂ ਦੀ ਸ਼ਰਨ ਪੈ ਕੇ ਮੇਰਾ ਪਰਮਾਤਮਾ ਪਤੀ ਨਾਲ ਵਿਆਹ ਹੋ ਗਿਆ ਹੈ। ਮੈਨੂੰ ਪਰਮਾਤਮਾ ਮਿਲ ਗਿਆ ਹੈ। ਇਹ ਮੇਰੇ ਪਿਤਾ ਪ੍ਰਭੂ ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਉਸ ਪਤੀ ਨਾਲ ਮਿਲਾਪ ਕਰਨ ਵਾਸਤੇ ਉਸ ਪ੍ਰਭੂ ਦੇ ਭਗਤ ਜਨ ਮਿਲ ਕੇ ਮਾਨੋ ਸੋਹਣੀ ਜੰਝ ਬਣਦੇ ਹਨ। ਜੀਵ ਇਸਤਰੀਆਂ ਇਹਨਾਂ ਸਤਸੰਗੀਆਂ ਵਿੱਚ ਰਹਿ ਕੇ ਪੇਕੇ ਘਰ ਵਿੱਚ ਜਿਸ ਮਨੁੱਖਾ ਜਨਮ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ ਤੇ ਪਰਲੋਕ ਵਿੱਚ ਵੀ ਬਹੁਤ ਸੋਭਾ ਪਾਉਂਦੀ ਹੈ। ਇਹ ਯਕੀਨ ਜਾਣੋ ਕਿ ਇਸ ਜੀਵ ਇਸਤਰੀ ਨੇ ਪੇਕੇ ਘਰ ਵਿੱਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ। ਉਹ ਪਰਲੋਕ ਵਿੱਚ ਸੋਭਾ ਕੱਟਦੀ ਹੈ। ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਜੀਵ ਇਸਤਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ ਵਸ ਵਿੱਚ ਕਰ ਲਿਆ ਹੈ। ਚੌਪੜ ਰੂਪ ਇਹ ਜੀਵਨ ਖੇਡ ਖੇਡੀ ਹੈ। ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ। ਉਹ ਸਰਬ ਵਿਆਪਕ ਤੇ ਆਨੰਦ ਦਾ ਸੋਮਾ ਖਸਮ ਪ੍ਰਭੂ ਮਿਲ ਪੈਂਦਾ ਹੈ। ਇਹ ਮੇਰੇ ਪਿਤਾ ਪ੍ਰਭੂ ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਉਸ ਪਤੀ ਨਾਲ ਮਿਲਾਪ ਕਰਾਉਣ ਵਾਸਤੇ ਉਸ ਪ੍ਰਭੂ ਦੇ ਭਗਤ ਜਨ ਮਿਲ ਕੇ ਜਿਵੇਂ ਸੋਹਣੀ ਜੰਝ ਬਣਦੇ ਹਨ। ਇਹ ਮੇਰੇ ਪਿਤਾ, ਮੈਂ ਤੇਥੋਂ ਦਾਜ ਮੰਗਦੀ ਹਾਂ। ਮੈਨੂੰ ਹਰੀ ਪ੍ਰਭੂ ਦੇ ਨਾਮ ਦਾ ਦਾਨ ਦੇ। ਮੈਨੂੰ ਇਹੀ ਦਾਜ ਦੇ। ਮੈਨੂੰ ਹਰੀ ਦਾ ਨਾਮ ਹੀ ਦਾਜ ਦੇ। ਕੱਪੜੇ ਦੇ। ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਗਹਿਣੇ ਆਦਿਕ ਧਨ ਦੇ। ਇਸੇ ਦਾਜ ਨਾਲ ਮੇਰਾ ਪ੍ਰਭੂ ਪਤੀ ਨਾਲ ਵਿਆਹ ਸੋਹਣਾ ਲੱਗਣ ਲੱਗ ਪਵੇ।
ਪਰਮਾਤਮਾ ਦੀ ਭਗਤੀ ਨਾਲ ਹੀ ਪਰਮਾਤਮਾ ਨਾਲ ਵਿਆਹ ਦਾ ਉਦਮ ਸੁਖਦਾਈ ਬਣਦਾ ਹੈ। ਜਿਸ ਜੀਵ ਮੁਟਿਆਰ ਨੂੰ ਸਤਿਗੁਰੂ ਨੇ ਇਹ ਦਾਜ ਦਵਾਇਆ ਹੈ, ਹਰੀ ਨਾਮ ਦੇ ਦਾਜ ਨਾਲ ਉਸ ਦੀ ਸ਼ੋਭਾ ਉਸ ਦੇ ਦੇਸ਼ ਦੇ ਸੰਸਾਰ ਵਿੱਚ ਹੋ ਗਈ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਾ ਪਾਉਂਦੇ ਹਨ, ਉਹ ਝੂਠਾ ਅਹੰਕਾਰ ਹੈ। ਅਹੰਕਾਰ ਨੂੰ ਪੈਦਾ ਕਰਨ ਵਾਲਾ ਹੈ। ਉਹ ਕੱਚ ਸਮਾਨ ਹੈ, ਉਹ ਨਿਰਾ ਵਿਖਾਵਾ ਹੈ। ਇਹ ਮੇਰੇ ਪਿਤਾ, ਮੈਨੂੰ ਹਰੀ ਪ੍ਰਭੂ ਦੇ ਨਾਮ ਦਾ ਦਾਨ ਦੇ, ਇਹੀ ਮੇਰਾ ਦਾਜ ਹੈ। ਇਹ ਮੇਰੇ ਪਿਤਾ, ਹਰੀ ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ ਇਸਤਰੀ ਦੀ ਪੀੜ੍ਹੀ ਚੱਲ ਪੈਂਦੀ ਹੈ। ਅਨੇਕਾਂ ਯੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ ਪਤੀ ਦੀ ਪੀੜ੍ਹੀ ਚੱਲੀ ਆਉਂਦੀ ਹੈ। ਹਰੇਕ ਯੁੱਗ ਵਿੱਚ ਸਤਿਗੁਰ ਦੀ ਪੀੜ੍ਹੀ ਨਾਦੀ ਸੰਤਾਨ ਚੱਲ ਪੈਂਦੀ ਹੈ। ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ। ਪਰਮਾਤਮਾ ਐਸਾ ਪਤੀ ਹੈ ਜੋ ਕਦੇ ਵੀ ਨਾਸ਼ ਨਹੀਂ ਹੁੰਦਾ, ਜੋ ਕਦੇ ਵੀ ਮਰਦਾ ਨਹੀਂ। ਉਹ ਸਦਾ ਦਾਤਾਂ ਬਖਸ਼ਦਾ ਹੈ, ਉਸ ਦੀ ਦਾਤ ਸਦਾ ਵੱਧਦੀ ਰਹਿੰਦੀ ਹੈ। ਇਹ ਨਾਨਕ ਭਗਤ ਜਨਾਂ ਦੇ ਭਗਤਾਂ ਦਾ ਪਿਆਰਾ ਪ੍ਰਭੂ ਇੱਕ ਰੂਪ ਹਨ। ਇਹ ਨਾਨਕ ਭਗਤ ਜਨ ਤੇ ਭਗਤਾਂ ਦਾ ਪਿਆਰਾ ਪ੍ਰਭੂ ਇੱਕ ਰੂਪ ਹਨ। ਪਰਮਾਤਮਾ ਦਾ ਨਾਮ ਜਪ ਕੇ ਜੀਵ ਇਸਤਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ। ਇਹ ਮੇਰੇ ਪਿਤਾ, ਹਰੀ ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ ਇਸਤਰੀ ਦੀ ਪੀੜ੍ਹੀ ਚੱਲ ਪੈਂਦੀ ਹੈ। ਭਾਵ ਉਸ ਦੀ ਸੰਗਤ ਵਿੱਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹ ਪੈ ਜਾਂਦੇ ਹਨ। ਸ਼੍ਰੀ ਰਾਗ ਮਹੱਲਾ ਪੰਜਵਾਂ। ਛੰਤ। ਏਕ ਓਂਕਾਰ ਸਤਿਗੁਰ ਪ੍ਰਸਾਦ। ਇਹ ਮੇਰੇ ਪਿਆਰੇ ਮਨ, ਇਹ ਮੇਰੇ ਮਿੱਤਰ ਮਨ, ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ। ਇਹ ਪਿਆਰੇ ਮਨ, ਇਹ ਮਿੱਤਰ ਮਨ, ਇਹ ਹਰੀ ਨਾਮ ਸਦਾ ਤੇਰੇ ਨਾਲ ਸਾਥ ਨਿਭਾਏਗਾ। ਇਹ ਮਨ ਪਰਮਾਤਮਾ ਦਾ ਨਾਮ ਸਿਮਰ, ਇਹੀ ਤੇਰੇ ਨਾਲ ਰਹੇਗਾ, ਇਹੀ ਤੇਰਾ ਸਾਥੀ ਰਹੇਗਾ। ਜਿਹੜਾ ਵੀ ਮਨੁੱਖ ਇਹੀ ਹਰੀ ਨਾਮ ਸਿਮਰਦਾ ਹੈ, ਉਹ ਦੁਨੀਆ ਤੋਂ ਖਾਲੀ ਹੱਥ ਨਹੀਂ ਜਾਂਦਾ। ਇਹ ਭਾਈ, ਪਰਮਾਤਮਾ ਦੇ ਸੋਹਣੇ ਚਰਨਾਂ ਵਿੱਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਗਾ। ਇਹ ਮੇਰੇ ਮਨ, ਜਗਤ ਦਾ ਮਾਲਕ ਪ੍ਰਭੂ ਜਲ ਵਿੱਚ, ਧਰਤੀ ਵਿੱਚ, ਹਰ ਥਾਂ ਭਰਪੂਰ ਹੈ। ਉਹ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਮਿਹਰ ਦੀ ਨਿਗਾਹ ਨਾਲ ਹਰੇਕ ਨੂੰ ਵੇਖਦਾ ਹੈ। ਇਹ ਪਿਆਰੇ ਮਨ, ਨਾਨਕ ਤੈਨੂੰ ਸਿੱਖਿਆ ਦਿੰਦਾ ਹੈ, ਸਾਧ ਸੰਗਤ ਵਿੱਚ ਰਹਿ ਕੇ ਆਪਣੀ ਭਟਕਣਾ ਦਾ
ਨਾਸ ਕਰ। हे ਮੇਰੇ ਮਨ, हे ਮੇਰੇ ਮਿੱਤਰ ਮਨ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਦਾ ਸਾਥ ਨਿਭਾਉਣ ਵਾਲਾ ਨਹੀਂ ਹੈ। ਇਹ ਸਾਰਾ ਜਗਤ ਵਸਾਰਾ ਸਦਾ ਸਾਥ ਨਿਭਾਉਣ ਵਾਲਾ ਨਹੀਂ ਹੈ। ਇਹ ਪਿਆਰੇ ਮਨ, ਇਹ ਸੰਸਾਰ ਇੱਕ ਸਮੁੰਦਰ ਹੈ ਜੋ ਜ਼ਹਿਰ ਨਾਲ ਭਰਿਆ ਹੈ। ਇਹ ਮਨ, ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ। ਇਸ ਦੀ ਬਰਕਤ ਨਾਲ ਕੋਈ ਸਹਿਮ, ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰਮਾਤਮਾ ਪਰ ਜੀਵ ਦੇ ਕੀ ਵਸ। ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਿਰ ਸਿਮਰਦਾ ਹੈ। ਆਦਿ ਤੋਂ ਹੀ, ਜੁਗਾਂ ਤੋਂ ਹੀ ਪਰਮਾਤਮਾ ਆਪਣੇ ਸੇਵਕਾਂ ਦਾ ਰਾਖਾ ਚੱਲਿਆ ਜਾ ਰਿਹਾ ਹੈ, ਰਾਖਾ ਚੱਲਿਆ ਆ ਰਿਹਾ ਹੈ। ਆਦਿ ਤੋਂ ਹੀ, ਜੁਗਾਂ ਤੇ ਆਦਿ ਤੋਂ ਹੀ ਪਰਮਾਤਮਾ ਆਪਣੇ ਸੇਵਕਾਂ ਦਾ ਰਾਖਾ ਚੱਲਿਆ ਆ ਰਿਹਾ ਹੈ। ਪਰਮਾਤਮਾ ਦੇ ਭਗਤਾਂ ਲਈ ਪਰਮਾਤਮਾ ਦਾ ਨਾਮ ਸਦਾ ਹੀ ਜ਼ਿੰਦਗੀ ਦਾ ਸਹਾਰਾ ਹੈ। ਇਹ ਪਿਆਰੇ ਮਨ, ਨਾਨਕ ਤੈਨੂੰ ਸਿੱਖਿਆ ਦਿੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਸਾਰੇ ਜਗਤ ਖਿਲਾਰੇ ਤੋੜ ਸਾਥ ਨਿਭਾਉਣ ਵਾਲੇ ਨਹੀਂ ਹਨ। ਇਹ ਪਿਆਰੇ ਮਨ, ਇਹ ਮਿੱਤਰ ਮਨ, ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਜ, ਇਹ ਸੌਦਾ ਨਫਾ ਦੇਣ ਵਾਲਾ ਹੈ। ਇਹ ਪਿਆਰੇ ਮਨ, ਇਹ ਮਿੱਤਰ ਮਨ, ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ। ਇਹ ਦਰਵਾਜ਼ਾ ਅਟੱਲ ਹੈ। ਜੋ ਮਨੁੱਖ ਉਸ ਪਰਮਾਤਮਾ ਦਾ ਦਰ ਮੱਲਦਾ ਹੈ, ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਕਿਸੇ ਨੇ ਪਾਇਆ ਨਹੀਂ, ਉਹ ਮਨੁੱਖ ਐਸਾ ਆਤਮਿਕ ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ। ਉਸ ਆਤਮਿਕ ਟਿਕਾਣੇ ਪਹੁੰਚਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਮਨੁੱਖ ਹਰੇਕ ਕਿਸਮ ਦੇ ਸਹਿਮ ਦੇ ਦੁੱਖ ਮਿਟਾ ਲੈਂਦਾ ਹੈ। ਉਹ ਆਤਮਿਕ ਟਿਕਾਣੇ 'ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ ਚਿੱਤਰਗੁਪਤ ਦਾ ਲੇਖਾ ਪਾੜ ਦਿੰਦਾ ਹੈ। ਭਾਵ ਕੋਈ ਵੀ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿੱਤਰਗੁਪਤ ਲਿਖ ਸਕਣ। ਯਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਪੈ ਨਹੀਂ ਸਕਦਾ। ਇਸ ਵਾਸਤੇ ਇਹ ਪਿਆਰੇ ਮਨ, ਨਾਨਕ ਤੈਨੂੰ ਸਿੱਖਿਆ ਦਿੰਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਜ, ਇਹ ਸੌਦਾ ਨਫੇ ਵਾਲਾ ਹੈ ਜੀ। ਇਹ ਪਿਆਰੇ ਮਨ, ਇਹ ਮਿੱਤਰ ਮਨ, ਗੁਰਮੁਖਾਂ ਦੀ ਸੰਗਤ ਵਿੱਚ ਆਪਣਾ ਬਹਿਣ ਖਲੋਣ ਬਣਾ। ਇਹ ਪਿਆਰੇ ਮਨ, ਇਹ ਮਿੱਤਰ ਮਨ, ਗੁਰਮੁਖਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਿਕ ਚਾਨਣ ਹੋ ਜਾਂਦਾ ਹੈ। ਸੁੱਖ ਅਪੜਾਉਣ ਵਾਲੇ ਮਾਲਕ ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿਛੜਿਆ ਲక్ష్ਮੀ ਪਤੀ ਪ੍ਰਭੂ ਫਿਰ ਮਿਲ ਪੈਂਦਾ ਹੈ। ਇਹ ਭਾਈ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਸਿਮਰਨ ਕੀਤਿਆਂ ਮਨ ਵਿੱਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ ਜੀਵਾਂ ਦੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ। ਇਹ ਪ੍ਰੀਤਮ ਮਨ, ਨਾਨਕ ਤੈਨੂੰ ਸਿੱਖਿਆ ਦਿੰਦਾ ਹੈ, ਗੁਰਮੁਖਾਂ ਦੀ ਸੰਗਤ ਵਿੱਚ ਟਿਕਿਆ ਕਰ।
ਇਹ ਮੇਰੇ ਪਿਆਰੇ ਮਨ, ਇਹ ਮੇਰੇ ਮਿੱਤਰ ਮਨ, ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਮਸਤ ਰਹਿੰਦਾ ਹੈ, ਇਹ ਪਿਆਰੇ ਮਨ, ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ ਇਉਂ ਆਤਮਿਕ ਜੀਵਨ ਹਾਸਲ ਕਰਦਾ ਹੈ ਜਿਵੇਂ ਮੱਛੀ ਪਾਣੀ ਨੂੰ ਮਿਲ ਕੇ ਜਿਉਂਦੀ ਹੈ। ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਰੂਪ ਪਾਣੀ ਪੀ ਕੇ ਮਾਇਆ ਦੀ ਤੇਹ ਵੱਲੋਂ ਰੱਜ ਜਾਂਦਾ ਹੈ, ਉਸ ਦੇ ਮਨ ਵਿੱਚ ਸਾਰੇ ਸੁੱਖ ਆ ਵਸਦੇ ਹਨ। ਉਹ ਮਨੁੱਖ ਲక్ష్ਮੀਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਹ ਨਾਨਕ, ਜਿਸ ਮਨੁੱਖ ਨੂੰ ਸੰਤ ਜਨਾਂ ਨੇ ਪਰਮਾਤਮਾ ਦੇ ਸਿਮਰਨ ਦੀ ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਰਹਿੰਦਾ ਹੈ। ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ। ਠਾਕੁਰ ਪਾਸੋਂ ਉਸ ਨੂੰ ਮਾਨੋ 9 ਹੀ ਖਜ਼ਾਨੇ ਮਿਲ ਗਏ ਹਨ, ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਕੇ ਮਾਨੋ ਸਾਰਾ ਧਨ ਹੀ ਦੇ ਦਿੱਤਾ ਹੈ।